ਸਤ ਬਿਸਮਿਲ੍ਲਾ ਜੀ। ਬਿਸਮਿਲ੍ਲਾ। ਤੁਸੀਂ ਦੇਖ ਰਹੇ ਹੋ ਮੇਰਾ ਚੈਨਲ ਅਬੂ ਮੂਸਾ ਵਲੌਗ ਤੇ ਮੈਂ ਤੁਹਾਡੇ ਨਾਲ ਮੁਖਾਤਬ ਹਾਂ ਅਬੂ ਮੂਸਾ ਅਬਦੁਲ ਹਫੀਜ਼। ਜਨਾਬ ਅੱਜ ਅਸੀਂ ਇਨਸ਼ਾਅੱਲਾ ਜਾ ਰਹੇ ਹਾਂ ਇੱਕ ਦਫਾ ਫਿਰ ਮਰੀ ਅਗਰ ਦੇਖਿਆ ਜਾਏ तो एक नशे वाला सिस्टम है मरी का भी। हर दफ़ा ਅਸੀਂ ऐद करने कि मरी नहीं जाना, मरी दे लोग अच्छे नहीं, मरी वाले ये ने मरी वाले वो ने, लेकिन मरी भी मेरे हिसाब नाल एक नशा ही है कि मरी ना जाइए तो सैर मुकम्मल ही नहीं होंदी। ਅੱਜ ਸਾਡੇ ਨਾਲ ਬੱਚਾ ਪਾਰਟੀ ਵੀ ਹੈ, ਦੋ ਹੋਰ ਫੈਮਲੀਆਂ ਸਾਡੇ ਨਾਲ ਜੁੜੀਆਂ ਨੇ ਤੇ ਕਿਉਂਕਿ ਉਹਨਾਂ ਨੇ ਪਹਿਲੇ ਮਰੀ ਨਹੀਂ ਵੇਖਿਆ, ਲਿਹਾਜ਼ਾ ਮਰ ਵੀ ਜਾਈਏ ਪਰ ਮਰੀ ਜਾਣਾ ਪਏਗਾ। ਉਹਨਾਂ ਨੇ ਮਰੀ ਵੇਖਣਾ, ਬੱਚਿਆਂ ਨੂੰ ਕੋਈ ਗਰਜ਼ ਨਹੀਂ ਜੀ ਕਿੱਥੇ ਹੁੰਜ਼ਾ ਕਿੱਥੇ ਆ ਤੇ ਨੀਲਮ ਵੈਲੀ ਕਿੱਥੇ ਆ ਤੇ ਕਮਰਾਟ ਕਿੱਥੇ ਆ, ਉਹਨਾਂ ਨੂੰ ਤਾਂ ਮਰੀ ਹੀ ਪੜਾਇਆ ਗਿਆ ਤੇ ਉਹਨਾਂ ਮਰੀ ਵੇਖਣਾ ਜਨਾਬ। ਤੇ ਜਾ ਰਹੇ ਹਾਂ ਜੀ ਮਰੀ, ਭਾਵੇਂ ਜੋ ਮਰਜ਼ੀ ਹੋ ਜਾਏ ਮਰੀ ਜਾਵਾਂਗੇ। ਸ਼ਦੀਦ ਬਾਰਿਸ਼ ਨੇ ਘੇਰਿਆ ਹੋਇਆ ਸੀ ਰਾਤ ਦਾ। ਰਾਤ ਇਸਲਾਮਾਬਾਦ ਗੁਜ਼ਰੀ, ਸਾਡੀ ਨੇਵੀ ਕਲੋਨੀ ਵਿੱਚ ਸਾਡੇ ਕਰੀਬੀ ਅਜ਼ੀਜ਼ ਨੇ ਉਹਨਾਂ ਕੋਲ ਗੁਜ਼ਾਰੀ ਹੈ ਤੇ ਹੁਣ ਨਿਕਲੇ ਹਾਂ ਜੀ ਇਸਲਾਮਾਬਾਦੋਂ। ਬਾਰਿਸ਼ ਰੁਕੀ ਹੈ ਕੁਛ ਤੇ ਦੌੜੇ ਜਾ ਰਹੇ ਹਾਂ ਜੀ ਮਰੀ ਨੂੰ। ਮਰੀ ਜਾਣ ਵਾਸਤੇ ਮੇਰਾ ਤਾਂ ਇੰਤਖਾਬ ਹਮੇਸ਼ਾ ਰਿਹਾ GT ਰੋਡ। ਗੋ ਕੇ ਜਿਹੜਾ ਨਵਾਂ ਮੋਟਰਵੇ ਬਣਿਆ ਟੂਲ ਪਲਾਜ਼ੇ ਤੋਂ ਬਾਅਦ, ਬਹੁਤ ਜ਼ਬਰਦਸਤ ਰੋਡ ਹੈ। ਬਿਲਾਮਬਾਲ ਦਾ ਬਹੁਤ ਸੁਪਰ ਰੋਡ ਹੈ, ਲੇਕਿਨ ਮੇਰਾ ਇੰਤਖਾਬ ਹਮੇਸ਼ਾ GT ਰੋਡ ਰਿਹਾ। GT ਰੋਡ ਹਾਲਾਂਕਿ ਸਿੰਗਲ ਰੋਡ ਹੈ ਲੇਕਿਨ ਮੈਨੂੰ ਬਹੁਤ ਪਸੰਦ ਹੈ। ਵਿਊ ਬੜੇ ਆਲਾ ਨੇ। ਤੁਸੀਂ ਅਗਰ ਨਥੀਆ ਜਾਣਾ ਹੈ ਫਿਰ ਵੀ ਤੁਹਾਨੂੰ GT ਰੋਡ ਸੂਟ ਕਰਦਾ ਹੈ। ਅਗਰ ਅੱਗੇ ਤੁਸੀਂ ਅੱਗੇ ਨਥੀਆ ਜਾਂ ਇੱਧਰ ਅੱਗੇ ਨੂੰ ਨਿਕਲਣਾ ਐਬਟਾਬਾਦ ਨੂੰ ਤੇ ਤਕਰੀਬਨ ਤੁਹਾਡੇ ਕੋਲ 7-8 ਕਿਲੋਮੀਟਰ ਸਫ਼ਰ ਬਚਦਾ ਹੈ ਤੇ 7-8 ਕਿਲੋਮੀਟਰ ਪਹਾੜੀ ਰਸਤੇ ਦਾ ਸਫ਼ਰ ਅੱਛਾ ਭਲਾ ਸਫ਼ਰ ਹੁੰਦਾ ਹੈ। ਸਾਡੇ ਇੱਧਰ ਮੈਦਾਨੀ ਇਲਾਕੇ ਵਾਲਾ ਸਫ਼ਰ ਨਹੀਂ ਹੁੰਦਾ। ਤੇ ਆਪਾਂ ਮਰੀ ਇਸਲਾਮਾਬਾਦ ਤੋਂ ਨਿਕਲ ਕੇ ਜਨਾਬ ਜਿਹੜਾ ਪਹਿਲਾ ਸਾਡਾ ਮੁਸ਼ਕਲ ਮਰਹਲਾ ਹੁੰਦਾ ਸੀ 12 ਕੋ, ਲੇਕਿਨ 12 ਕੋ ਵਾਲਾ ਤੇ ਬੜਾ ਹੁਣ ਆਸਾਨ ਹੋ ਗਿਆ। ਵਜ੍ਹਾ ਇਹ ਹੈ ਕਿ ਉੱਥੇ ਹੁਣ ਬਣ ਗਿਆ ਜਨਾਬ ਬੜਾ VIP ਕਿਸਮ ਦਾ ਬਣ ਗਿਆ ਉੱਥੇ ਬ੍ਰਿਜ, ਤੇ ਤੁਸੀਂ 10 ਮਿੰਟ 'ਚ ਬਲਕਿ 7-8 ਮਿੰਟ 'ਚ 12 ਕੋ ਕ੍ਰਾਸ ਕਰ ਲੈਂਦੇ ਹੋ, ਜਿਹੜਾ ਪਹਿਲੇ ਤੁਹਾਡਾ ਘੰਟੇ ਦਾ ਪ੍ਰੋਸੈਸ ਹੁੰਦਾ ਸੀ। ਅਗਰ ਟ੍ਰੈਫਿਕ ਜਾਮ ਹੋਏ ਤਾਂ ਜ਼ਿਆਦਾ ਵੀ ਟਾਈਮ ਲੱਗ ਜਾਂਦਾ ਸੀ। ਚਲੋ ਬਾਹਰ ਹਾਲ ਜੀ 12 ਕੋ ਵਾਲਾ ਵੀ ਮੁਕੰਮਲ ਹੋ ਗਿਆ, ਉਹਨੇ ਤੁਹਾਨੂੰ ਉਹ ਵੀ ਦਿਖਾਉਂਦੇ ਹਾਂ। ਤੇ ਮੈਂ ਤੁਹਾਨੂੰ ਦੱਸਦਾ ਜਾਵਾਂ ਕਿ ਸਾਡਾ ਟਾਰਗੇਟ ਹੈ ਨਾ ਜਿਹੜਾ ਅੱਜ ਦਾ, ਉਹ ਪਤਰਿਆਟਾ ਨਿਊ ਮਰੀ ਕ੍ਰਾਸ ਕਰਾਂਗੇ। ਅਸੀਂ ਇੱਧਰੋਂ ਦੀ ਅਸੀਂ ਜਾ ਰਹੇ ਹਾਂ ਤੇ ਮਰੀ ਅਸੀਂ ਕ੍ਰਾਸ ਕਰਕੇ ਅਸੀਂ ਜਾਵਾਂਗੇ ਨਿਊ ਮਰੀ ਯਾਨੀ ਕਿ ਜਿਹੜੇ ਦੋਸਤਾਂ ਨੂੰ ਪਹਿਲੇ ਨਹੀਂ ਪਤਾ ਨਿਊ ਮਰੀ ਕਿਹਨੂੰ ਕਹਿੰਦੇ ਨੇ, ਨਿਊ ਮਰੀ ਕਹਿੰਦੇ ਨੇ ਜੀ ਪਤਰਿਆਟਾ ਨੂੰ। ਤੇ ਆਪਾਂ ਅੱਜ ਚੱਲਾਂਗੇ ਜੀ ਸਿੱਧਾ ਪਤਰਿਆਟਾ। ਉੱਥੇ ਜਾ ਕੇ ਤੁਹਾਨੂੰ ਚੇਅਰ ਲਿਫਟ ਤੇ ਜਨਾਬ ਬੜੇ ਜ਼ਬਰਦਸਤ ਵਿਊ ਦਿਖਾਵਾਂਗੇ। ਫਿਲਹਾਲ ਦੌੜ ਲਾ ਰਹੇ ਹਾਂ ਜੀ, ਇਸਲਾਮਾਬਾਦ ਤੋਂ ਨਿਕਲੀਏ। ਇਸਲਾਮਾਬਾਦ ਕਾफ़ी ਸਫ਼ਰ ਨਿਕਲਦਿਆਂ ਕਾफ़ी ਟਾਈਮ ਲੱਗ ਜਾਣਾ। ਅੱਛਾ ਮੈਂ ਅੱਗੇ ਚੱਲ ਕੇ ਤੁਹਾਨੂੰ ਦੱਸਦਾ ਕਿ ਤੁਸੀਂ GT ਰੋਡ ਕਿੱਥੋਂ ਲੈ ਸਕਦੇ ਹੋ ਮਰੀ ਜਾਣ ਵਾਸਤੇ ਤੇ ਹਾਈਵੇ ਜਿਹੜਾ ਸੁਪਰ ਹਾਈਵੇ ਮੈਂ ਜਿਹੜਾ ਜ਼ਿਕਰ ਕਰ ਰਿਹਾ ਸੀ ਨਾ ਕਿ 12 ਪਹਿਲੇ ਉੱਥੇ ਟੂਲ ਪਲਾਜ਼ੇ ਤੇ ਪਹੁੰਚੀ ਮੁਸ਼ਕਲ ਮਲਾ ਹੁੰਦਾ ਸੀ, ਲੇਕਿਨ ਉਹ ਹੁਣ ਬੜਾ ਆਸਾਨ ਹੋ ਗਿਆ। ਅੱਛਾ ਇਹ ਹੁਣ ਜਿਹੜਾ ਅਸੀਂ ਟਰਨ ਲਿਆ ਨਾ ਇੱਕ ਹਿਸਾਬ ਦਾ ਅਸੀਂ 12 ਕੋ ਨੂੰ ਜਿਹੜਾ ਸਿੱਧਾ ਰਸਤਾ ਜਾ ਰਿਹਾ ਸੀ ਉੱਥੋਂ ਅਸੀਂ ਖੱਬੇ ਪਾਸੇ ਮੁੜ ਕੇ ਚੜ ਗਏ ਜੀ ਬਾਈਪਾਸ ਤੇ। ਮਜਮੂਈ ਤੌਰ ਤੇ ਉਹਨੂੰ ਬਾਈਪਾਸ ਵੀ ਕਹਿੰਦੇ ਨੇ 12 ਕੋ ਬਾਈਪਾਸ। ਔਰ ਇਹਦੇ ਇੱਥੇ ਬੜਾ ਜ਼ਬਰਦਸਤ ਇੱਕ ਬ੍ਰਿਜ ਬਣ ਗਿਆ ਜੀ। ਤੋ ਜਨਾਬ ਅਸੀਂ ਹੁਣ ਬ੍ਰਿਜ ਦੇ ਉੱਤੋਂ ਲੰਘਦੇ ਹੋਏ ਅਸੀਂ ਇਨਸ਼ਾਅੱਲਾ 5-6 ਮਿੰਟ 'ਚ ਅਸੀਂ ਪਹੁੰਚ ਜਾਵਾਂਗੇ ਟੂਲ ਪਲਾਜ਼ਾ ਤੇ ਜਾ ਕੇ ਫਿਰ ਮੈਂ ਤੁਹਾਨੂੰ ਦੱਸਦਾ ਕਿ ਅੱਗੋਂ ਆਪਾਂ ਮੋਟਰਵੇ ਤੇ ਕਿੱਧਰ ਜਾਣਾ ਹੈ ਤੇ GT ਰੋਡ ਕਿੱਧਰ ਜਾਣਾ ਹੈ। ਜੀ ਖੂਬਸੂਰਤ ਬ੍ਰਿਜ ਜਿਹੜਾ ਅਸੀਂ 12 ਕੋ ਨੂੰ ਕ੍ਰਾਸ ਕਰ ਰਹੇ ਹਾਂ। ਤੁਸੀਂ ਆਪਣੇ ਸੱਜੇ ਖੱਬੇ ਦੇਖੋ, ਇਹ 12 ਕੋ ਦੀ ਆਬਾਦੀ ਹੈ, ਬਹੁਤ ਬੜੀ ਆਬਾਦੀ ਹੈ। ਬਜ਼ਾਹਿਰ ਸਾਨੂੰ ਲੱਗਦਾ ਸੀ ਜਦੋਂ ਅਸੀਂ ਥੱਲੋਂ ਕ੍ਰਾਸ ਕਰਦੇ ਸੀ ਕਿ ਕੋਈ ਜਿਸ ਤਰ੍ਹਾਂ ਸਾਡੇ ਅਸੀਂ ਬਾਈ ਰੋਡ ਜਾ ਰਹੇ ਹੁੰਦੇ ਹਾਂ ਆਪਣੇ ਦਹੀਂ ਇਲਾਕਿਆਂ ਲਈ ਤੇ ਕੋਈ ਅੱਡੇ ਆ ਜਾਂਦੇ ਨੇ ਨਾ ਰਸਤੇ 'ਚ, ਜਿਸ ਤਰ੍ਹਾਂ ਮਸਲ ਸਟਾਪ ਆ ਜਾਂਦੇ ਨੇ, ਉਹ ਬਜ਼ਾਹਰ ਸਾਨੂੰ ਇਸ ਤਰ੍ਹਾਂ ਲੱਗਦਾ ਸੀ, ਲੇਕਿਨ ਇਹ ਬਹੁਤ ਬੜੀ ਆਬਾਦੀ ਹੈ ਲੈਫਟ ਰਾਈਟ ਤੇ 12 ਕੋ। ਤਾਂ ਅਸੀਂ ਹੁਣ 12 ਕੋ ਜਿਹੜਾ ਹੈਗਾ ਇਹਦਾ ਬਾਈਪਾਸ ਕ੍ਰਾਸ ਕਰ ਰਹੇ ਹਾਂ। ਇਹ ਬਾਈਪਾਸ ਕ੍ਰਾਸ ਕਰਨ ਤੋਂ ਬਾਅਦ ਅੱਗੇ ਸਾਨੂੰ ਮਿਲੇਗਾ ਇੱਕ ਟੂਲ ਪਲਾਜ਼ੇ ਤੋਂ ਅਸੀਂ ਜੀ ਲਵਾਂਗੇ ਆਪਣੀ ਟਿਕਟ ਲਵਾਂਗੇ, ਟੂਲ ਪਲਾਜ਼ਾ ਅਦਾ ਕਰਾਂਗੇ ਤੇ ਫਿਰ ਅਸੀਂ ਅੱਗੇ ਅਸੂਲੀ ਤੌਰ ਤੇ ਟੂਲ ਪਲਾਜ਼ੇ ਤੋਂ ਬਾਅਦ ਮਰੀ ਦੇ ਮਜ਼ਾਫਾਤ ਸ਼ੁਰੂ ਹੋ ਜਾਂਦੇ ਨੇ। ਖੂਬਸੂਰਤੀ ਬਹੁਤ ਜ਼ਬਰਦਸਤ ਹੈ ਅੱਗੇ ਆਉਣ ਵਾਲੀ, ਤੁਸੀਂ ਸਾਡੇ ਨਾਲ ਜੁੜੇ ਰਹੋ। ਅਸੀਂ ਤੁਹਾਨੂੰ ਲੈ ਕੇ ਜਾ ਰਹੇ ਹਾਂ ਜੀ ਮਰੀ ਨਿਊ ਮਰੀ ਪਤਰਿਆਟਾ। ਲੋ ਜਨਾਬ ਇੱਥੋਂ ਮੈਂ ਤੁਹਾਨੂੰ ਦੱਸਣਾ ਚਾਹ ਰਿਹਾ ਸੀ ਕਿ ਇੱਥੋਂ ਅਗਰ ਆਪਾਂ ਸੱਜੇ ਮੁੜ ਜਾਂਦੇ ਹਾਂ ਤਾਂ ਸੱਜੇ ਰਸਤਾ ਚਲਾ ਜਾਂਦਾ ਮੋਟਰਵੇ ਤੇ। ਜਿਹੜਾ ਮੋਟਰਵੇ ਜਾ ਰਿਹਾ ਜੀ ਨਿਊ ਮਰੀ ਜਾ ਕੇ
ਮਿਲ ਜਾਂਦਾ ਹੈ ਜੀ ਮਰੀ। ਉੱਥੋਂ ਇੱਕ ਰਸਤਾ ਅੱਗੇ ਮੁਜ਼ੱਫਰਾਬਾਦ ਕੋਹਾਲਾ ਨੂੰ ਨਿਕਲ ਜਾਂਦਾ ਹੈ। ਇੱਕ ਰਸਤਾ ਉੱਥੋਂ ਖੱਬੇ ਪਾਸੇ ਨਿਕਲ ਜਾਂਦਾ ਹੈ ਜੀ ਨਥੀਆ ਐਬਟਾਬਾਦ ਵਾਸਤੇ, ਔਰ ਇੱਕ ਰਸਤਾ ਖੱਬੇ ਪਾਸੇ ਹੀ ਉਤਾਂ ਮਾਰ ਰੋਡ ਤੇ ਨਿਕਲ ਜਾਂਦਾ ਹੈ। ਅੱਛਾ ਲੋ ਜੀ, ਜਿੱਥੋਂ ਤੱਕ ਮੇਰਾ ਅੰਦਾਜ਼ਾ ਹੈ ਇਹ ਜਿਹੜੀ ਆਪਣੀ ਸਕਰੀਨ ਤੇ ਰਿਮਝਿਮ ਨਜ਼ਰ ਆ ਰਹੀ ਹੈ ਨਾ, ਬਾਰਿਸ਼ ਫਿਰ ਸ਼ੁਰੂ ਹੋਣ ਲੱਗੀ, ਕਿਉਂਕਿ ਸਾਡੇ ਨਾਲ ਜਿਹੜੇ ਹਾਫਿਜ਼ ਸਾਹਿਬ ਨੇ ਨਾ ਉਹਨਾਂ ਨੇ ਚੈੱਕ ਕੀਤਾ ਸੀ ਕਿ ਬਾਰਿਸ਼ਾਂ ਨੇ। ਅੱਛਾ ਇੱਕ ਹੋਟਲ ਆ ਗਿਆ ਜੀ ਪਾਪੂ ਜੀ। ਅੱਛਾ ਪਾਪੂ ਜੀ ਹੋਟਲ। ਅੱਛਾ ਇੱਥੋਂ ਪੀ ਲਈਏ ज़रा ਚਾਹ, ਰੀਫਰੈਸ਼ ਹੋ ਜਾਏ ज़रा ਕੰਮ, ਫਿਰ ਇਨਸ਼ਾਅੱਲਾ ਸਫ਼ਰ ਸ਼ੁਰੂ ਕਰਨੇ ਆ, ਕਿਉਂਕਿ ਚਾਹ ਤੋਂ ਬਗੈਰ ਤੇ ਸਾਡੀਆਂ ਅੱਖਾਂ ਹੀ ਨਹੀਂ ਖੋਲਦੀਆਂ। ਕਹਿੰਦੇ ਨੇ ਕਿ ਡਰਾਈਵਰ ਬੜੀ ਚਾਹ ਪੀਂਦੇ ਨੇ, ਲੇਕਿਨ ਸਾਨੂੰ ਤੇ ਆਪ ਚਾਹ ਦਾ ਬੜਾ ਨਸ਼ਾ ਹੈ। ਦਿਨੇ 4-5 ਚਾਹਾਂ ਨਾ ਹੋਣ ਤੇ ਕੰਮ ਚੱਲਦਾ ਹੀ ਨਹੀਂ, ਸਿਰ ਹੀ ਭਾਰਾ ਹੋ ਜਾਂਦਾ। ਚਲੋ ਚਾਹ ਮੰਗਾਉਂਦੇ ਹਾਂ ਜੀ, चाय पी के अगे निकलने। जित तक मेरा अंदाज़ा है बारिश भी शुरू हो रही है, चलो देखते हैं, अल्लाह खैर करेगा। लो जी बारिश तो फुल टाइम शुरू हो गई खैर नाल। हुण चाय नाल पीने नाल बारिश का नज़ारा करते हैं, फिर इंशाल्लाह अगे सफ़र शुरू करते हैं आप। लो जी जिस तरह मैं दस रहा सी कि बारिश की पशीन गोई है, तो बारिश जनाब खूब जम के बारिश हुई है, कोई अद्धा पौना घंटा खूब बारिश बरसी है। तो असी इस दौरान चाय पी ली है, ज़रा फ्रैश हो गए हैं, तो हुण सफ़र करते दोबारा शुरू। अलबत्ता बारिश लगी हुई है मुसलसल, लेकिन पहले जैसी जी जोरावर बारिश सी वो नहीं है, लेकिन हल्की हल्की बारिश शुरू हो चली है जी। तो सफ़र अपना हो गया शुरू। GT रोड बरसता GT रोड असी जा रहे हैं जी मरी तो अगे असी जावांगे छत्तर पार्क तो होंदे होए अगे मुख्तलिफ इलाके आएंगे। ए इत्थों असी जितों गुजर रहे हैं, ए सामने सज्जी साइड ते बोर्ड पढ़ो जी, छत्तर पार्क है, ठीक है जी। इस तरह समझो कि जो असी टूल प्लाजा इस्लामाबाद तो क्रॉस करते हैं ना 12 कू तो बाद, उस तो बाद तकरीबन मरी शुरू हो जाता है। मरी के मज़ाफाती इलाके शुरू हो जाते हैं, जिमें हुण छत्तर पार्क गुजरिया, इस तरह मुख्तलिफ अगे मरी के पॉइंट आते जाएंगे। मजमूई तौर पर मेरा ये भी एक कहना है कि जो तुसी पहाड़ी इलाके जाते हो ना, उत्थे कोई चंद एक मखसूस मकामात तो होंदे ने जिन्हों तुसी सैरगाह कह सकते हो, लेकिन मेरे नज़रिए के मुताबिक असी जो पहाड़ी इलाके सफ़र कर रहे होंगे ना, तो वो सफ़र ही साड़ी एक बेहतरीन तफरी होंदी है पहाड़ी इलाके का, क्योंकि साढ़े दाएँ बाएँ ज़बरदस्त सब्ज़ा हरियाली, ऊंचे पहाड़, नीची खाइयाँ, किते चश्मे और बल खांदी हुई सड़क, ये सारिया चीज़ां ही एक तफरी मुहैया करदियां ने, बहुत खूबसूरती होंदी है इन्हां चीज़ां च। तो असी जी ये सफ़र शुरू करता है, लेकिन जिस तरह तुसी देख रहे हो बारिश तो खूब है, अल्लाह करे बारिश रुक जाए ताकि असी नज़ारियां का ज़रा अच्छे तरीके मज़ा लै सकीए। चलने जी सफ़र साडा जारी है, जुड़े रहो साडे नाल, थोड़ी स्पीड मारिए ज़रा। अच्छा जी सफ़र तो साडा जारी है। जिस तरह मैं जिक्र किया सी कि पहाड़ी इलाके सफ़र करना ही एक बेहतरीन तफरी होंदी। ओ देखो जी ओ सज्जे पासे एक बांदर बैठा, बच्चों को बांदर बड़े पसंद होंगे, क्योंकि बच्चे आ भी तकरीबन बांदर ही होंगे।
ਤੇ ਜਿੱਥੋਂ ਤੱਕ ਮੇਰਾ ਅੰਦਾਜ਼ਾ ਹੈ, ਸਾਹਮਣੇ ਨਜ਼ਰ ਆ ਰਹੀਆਂ ਨੇ ਸਾਨੂੰ ਗਾਵਾਂ ਨਜ਼ਰ ਆ ਰਹੀਆਂ ਨੇ। ਹਾਂ ਅੱਛਾ, ਇੱਕ ਚੀਜ਼ ਹੈ ਕਿ ਇਹਨਾਂ ਦੇ ਗਾਵਾਂ ਦੇ ਗਲਾਂ 'ਚ ਕੋਈ ਰੱਸੀ ਰੁੱਸੀ ਨਹੀਂ ਹੁੰਦੀ। ਅੱਲਾ ਬਿਹਤਰ ਜਾਣੇ ਜੰਗਲੀ ਗਾਵਾਂ ਹੁੰਦੀਆਂ ਨੇ ਜਾਂ ਕੁਛ ਇਲਾਕਿਆਂ 'ਚ ਲੋਕ ਜਾਨਵਰਾਂ ਨੂੰ ਛੱਡ ਦਿੰਦੇ ਨੇ ਮੁਖਤਲਿਫ ਲੋਕਾਂ ਦੇ ਨਾਂ 'ਤੇ, ਮੇ ਬੀ ਉਹ ਹੋਣ ਜਾਂ ਕੋਈ ਮਕਾਮੀ ਲੋਕਾਂ ਦੀਆਂ ਨੇ। ਲੇਕਿਨ ਇਹਨਾਂ ਦੇ ਗਲਾਂ 'ਚ ਰੱਸੀ ਮੈਂ ਕਦੀ ਨਹੀਂ ਦੇਖੀ। ਪਹਾੜੀ ਇਲਾਕੇ 'ਚ ਅਕਸਰ ਮੈਂ ਜਾਨਵਰ ਦੇਖਣਾ, ਅਗਰ ਤੁਸੀਂ ਛੋਟੇ ਜਾਨਵਰ ਵੀ ਦੇਖੋ, ਅੱਗੇ ਜਾਓ ਨੀਲਮ ਵੈਲੀ ਜਾਂ ਹੁੰਜ਼ਾ ਸਾਈਡ 'ਤੇ ਤੁਹਾਨੂੰ ਬੱਕਰਵਾਲ ਨਜ਼ਰ ਆਉਂਦੇ ਨੇ ਉਧਰ, ਤੇ ਉਹਨਾਂ ਦੇ ਵੀ ਬਿਲਕੁਲ ਰੱਸੀ ਨਹੀਂ ਹੁੰਦੀ, ਕਿਸੇ ਦੇ ਵੀ ਗਲ 'ਚ ਰੱਸੀ ਨਹੀਂ ਹੁੰਦੀ। ਤੇ ਗਾਵਾਂ ਵੀ ਅਕਸਰ ਪਹਾੜੀ ਇਲਾਕੇ 'ਚ ਨਜ਼ਰ ਆਉਂਦੀਆਂ ਨੇ, ਇਹਨਾਂ ਦੇ ਵੀ ਗਲ 'ਚ ਗੱਸੀ ਨਹੀਂ ਹੁੰਦੀ, ਰੱਸੀ ਵਗੈਰਾ। ਤੇ ਜਿਹੜੇ ਦੋਸਤ ਨੂੰ ਇਹਦੇ ਬਾਰੇ ਕੋਈ ਇਲਮ ਹੋਵੇ ਉਹ ਸਾਡੀ ਵੀ ਰਹਿਨਮਾਈ ਫਰਮਾਏ ਜੀ, ਇਹ ਕੀ ਵਜ੍ਹਾ ਹੈ, ਆਜ਼ਾਦ ਹੁੰਦੀਆਂ ਨੇ ਜਾਂ ਕਿਸੇ ਦੀਆਂ ਮਲਕੀਅਤ ਹੁੰਦੀਆਂ ਨੇ ਗਾਵਾਂ? ਮੈਨੂੰ ਇਹਦੇ ਬਾਰੇ ਇਲਮ ਬਿਲਕੁਲ ਨਹੀਂ ਹੈ। ਜਿਹੜੇ ਦੋਸਤ ਨੂੰ ਪਤਾ ਹੋਏ ਮੈਨੂੰ ਕਮੈਂਟ ਬਾਕਸ 'ਚ ਜ਼ਰੂਰ ਦੱਸੇ। ਅੱਛਾ ਜੀ, ਅਸੀਂ ਸਫ਼ਰ ਤੈਅ ਕਰਦੇ ਕਰਦੇ ਐਸਾ ਮਰੀ ਦੇ ਕਰੀਬ ਹੁੰਦੇ ਜਾ ਰਹੇ ਹਾਂ। ਹੁਣ ਬੱਚਿਆਂ ਦੀ ਡਿਮਾਂਡ ਇਹ ਆ ਕਿ ਕੋਈ ਅੱਛਾ ਵਿਊ ਦੇਖੋ, ਅਸੀਂ ਉੱਥੇ ਰੁਕ ਕੇ ਤਸਵੀਰਾਂ ਬਣਾਉਣੀਆਂ ਨੇ, ਕਿਉਂਕਿ ਸਾਡੇ ਨਾਲ ਇੱਕ ਫੈਮਿਲੀ ਐਸੀ ਹੈ ਕਿ ਜਿਹੜੀ ਫਸਟ ਟਾਈਮ ਮਰੀ ਵਿਜ਼ਿਟ ਕਰ ਰਹੀ ਹੈ, ਤੇ ਉਹਨਾਂ ਵਾਸਤੇ ਤੇ ਇਹ ਚੀਜ਼ ਬੜੀ ਅਟਰੈਕਟਿਵ ਹੈ ਜੀ। ਬੁਲੰਦੋ ਬਾਲਾ ਪਹਾੜ ਤੇ ਸਰਸਬਜ਼ੋ ਸ਼ਦਾਬ ਦਰਖਤਾਂ ਨਾਲ ਭਰੇ ਹੋਏ ਔਰ ਫਿਰ ਬਲ ਖਾਂਦੀਆਂ ਹੋਈਆਂ ਸੜਕਾਂ, ਬਿਲਾ ਮੁਬਾਲਗਾ ਜੀ ਇਹ ਬਹੁਤ ਜ਼ਬਰਦਸਤ ਖੂਬਸੂਰਤੀ ਹੁੰਦੀ ਹੈ ਔਰ ਉਹਨਾਂ ਨੂੰ ਦੇਖ ਕੇ ਬੰਦੇ ਦੀ ਤਬੀਅਤ ਫਰੈਸ਼ ਹੋ ਜਾਂਦੀ ਹੈ। ਲੇਕਿਨ ਬਾਰਿਸ਼ ਰੁਕੇ ਤੇ ਅਸੀਂ ਵੀ ਕਿਤੇ ਰੁਕੀਏ। ਵਾਟਰਪ੍ਰੂਫ ਮੋਬਾਈਲ ਤੇ ਸਾਡੇ ਕੋਲ ਹੈ ਨਹੀਂ ਕਿ ਜਿਹੜੇ ਬਾਰਿਸ਼ ਵਿੱਚ ਤਸਵੀਰਾਂ ਬਣਾ ਲਈਏ। ਦੁਆ ਕਰੋ ਜੀ ਬਾਰਿਸ਼ ਰੁਕੇ। ਕੰਮ ਤੇ ਹੋ ਗਈ, ਬਾਰਿਸ਼ ਘੱਟ ਹੋ ਗਈ ਹੈ ਥੋੜੀ ਜਿਹੀ ਪਹਿਲੇ ਨਾਲੋਂ। ਪਹਿਲੇ ਕਾफ़ੀ ਸ਼ਿੱਦਤ ਸੀ, ਪਿੱਛੇ ਅਸੀਂ ਜਿਹੜਾ ਸਫ਼ਰ ਤੈਅ ਕਰ ਰਹੇ ਸੀ ਕਾफ़ੀ ਸ਼ਿੱਦਤ ਸੀ ਬਾਰਿਸ਼ ਦੀ, ਲੇਕਿਨ ਕਦਰੇ ਬਾਰਿਸ਼ ਕੰਮ ਹੋ ਗਈ। ਮੀਂਹ ਦੇ ਕੇ ਅੱਗੇ ਇਨਸ਼ਾਅੱਲਾ ਜਾ ਕੇ ਥੋੜੀ ਹੋਰ ਘਟ ਜਾਏਗੀ। ਫਿਰ ਕਿਤੇ ਥੋੜਾ ਜਿਹਾ ਸਟਾਪ ਕਰਨੇ ਆ ਤੇ ਉੱਥੇ ਕੋਈ ਸੈਲਫੀਆਂ ਸੁਲਫੀਆਂ ਕੋਈ ਤਸਵੀਰਾਂ ਬਣਾਉਂਦੇ ਆ ਤੇ ਫਿਰ ਆਪਣਾ ਸਫ਼ਰ ਜਾਰੀ ਰਹੇਗਾ ਜੀ। ਪਤਰਿਆਟਾ ਤੁਹਾਨੂੰ ਅੱਜ ਲੈ ਕੇ ਚੱਲਾਂਗੇ, ਪਤਰਿਆਟਾ 'ਚ ਝੂਲਾ ਵੀ ਲਵਾਂਗੇ ਤੇ ਤੁਹਾਨੂੰ ਵੀ ਦਿਖਾਵਾਂਗੇ ਇਨਸ਼ਾਅੱਲਾ। लो जी, तकरीबन बारिश तकरीबन रुक गई है। बस समझो कि हुण हल्की बल्कि रिमझिम हो रही है, तो वो भी इंशाल्लाह रुक जानी है। तो असीं हुण कोई प्रोग्राम बना रहे हैं, किते खड़े होकर कोई 2-4 तस्वीरां बना लीए, ताकि पता तो लगे कि पहाड़ी इलाके च आए हैं, कोई 2-4 तस्वीरां तो होनियां चाहिदियां ने ना। तो उहदे नाल जरा बंदा फ्रैश भी हो जाता है सीट तो, जो बंदा ड्राइवरी तो उठ के खड़ा होंदा है कोई 2-4 मिनट वास्ते सड़क ते या चहलकदमी करता है, तो काफ़ी बंदे नूं रिलीफ भी मिलता है। नैक्सट अगों ड्राइवरी करने वास्ते बंदे नूं आसानी हो जाती है। तो असीं हुण देखने कोई मुनासिब जगह जिथे थोड़ी जी जगह ऐसी होवे कि गड्डी साइड ते लग जाए, क्योंकि पहाड़ी इलाके च इस चीज़ का ख्याल करना पैंदा है कि गड्डी साइड ते लानी पैंदी है। तुसीं रोड दे विच गड्डी खड़ी करने की गलती नहीं कर सकते। लो जी, एक तस्वीर आ गई तुहाडे सामने अबू मूसा दी, ते नाल एक साडे छोटा जिहा हीरो एक उहदी तस्वीर है। ते सफ़र असीं अगों फिर दोबारा शुरू कर लिया, क्योंकि साडे कोल टाइम बहुत थोड़ा है। असीं पहुँचने पतरियाटा, क्योंकि पतरियाटा दे बारे जिहड़े दोस्तां नूं पता है उत्थे टिकट लैण वास्ते टिकट तो मिल जाता है, लेकिन जिहड़ी बैठ हैगी ना केबल कार जिंदे च असीं बैठ के सफ़र करना है फिज़ा च, उनके तक पहुँचना बड़ा ज़बरदस्त मरहला है और बड़ा टाइम चाहिए उनके वास्ते। जिहड़े दोस्त पहले जा चुके हैं उन्होंने अंदाज़ा होएगा कि उत्थे बाज़ का तुहानूं 2-3 घंटे तुहाडा नंबर नहीं आंदा तुहानूं उत्थे पहुँचण तक, जिथों तुसीं डोली च बैठना हुंदा है। तो इस वजह तो असीं ज़्यादा देर नहीं रुके, लेकिन बच्चों की डिमांड है कि बारिश जो मुकम्मल रुक जाए एक अद्धी जगह तो और स्टे करो। जी बारिश अल्हम्दुलिल्लाह मुकम्मल रुक गई है, सफ़र जारी है, लेकिन बच्चा पार्टी की डिमांड है कि जल्द पहुँच जाएंगे पतरियाटा, किते रोको सारी जगह नाल मैं दिंदा रहां। अच्छा व्यू होए, जिथे अच्छा व्यू होए उत्थे खड़े होके कोई सैल्फी प्रोग्राम हो जाए, कोई तस्वीरां हो जान। बच्चों की बड़ी ख्वाहिश होंदी है जिहड़े नवीं जगह ते जान उत्थे जाके कोई तस्वीरां बना लैन। तो साढ़े अगे एक बड़ा हैवी जिहा डल है, लगता तो मैनूं सरकार दा राह रू देण देण दा कोई प्रोग्राम नहीं हैगा। चलो सानूं भी लित्तर खाण दा कोई शौक नहीं, असीं इहदे पिछे पिछे जाने आराम नाल, क्योंकि भाई जी आहो तुहानूं पता है फिर
ਅਗਰ ਕੰਪਨੀ ਦੀ ਚੀਜ਼ ਹੋਏ ਤੇ ਕੰਪਨੀ ਦੀ ਚੀਜ਼ ਦੇ ਨਜ਼ਦੀਕ ਤੋਂ ਲੰਘਣਾ ਵੀ ਆਮ ਪਾਕਿਸਤਾਨੀ ਵਾਸਤੇ ਜੁਰਮ ਹੈ। ਤੇ ਬੜੇ ਆਰਾਮ ਨਾਲ ਜਾਂਦੇ ਹਾਂ ਜੀ, ਤਮੀਜ਼ ਨਾਲ ਲੈਂਦੇ ਪਿੱਛੇ ਹੀ, ਬਲਕਿ ਉਹ ਤੇ ਕਾਫੀ ਸਪੀਡ ਮਾਰ ਕੇ ਨਿਕਲ ਗਿਆ ਅੱਗੇ। ਤੇ ਆਪਾਂ ਕੋਈ ਜਗ੍ਹਾ ਦੇਖਦੇ ਹਾਂ ਰੋਡ ਦੀ ਸਾਈਡ ਤੇ, ਕੋਈ ਮੁਨਾਸਿਬ ਜੀ ਜਗ੍ਹਾ ਜਿੱਥੇ ਕੋਈ ਸਪੇਸ ਹੋਵੇ, ਗੱਡੀ ਸਾਈਡ ਤੇ ਲਾ ਕੇ ਕੋਈ ਤਸਵੀਰਾਂ ਬਣਾ ਲਈਏ। ਨਜ਼ਾਰੇ ਬੜੇ ਜ਼ਬਰਦਸਤ ਹੋ ਗਏ ਨੇ ਜੀ। ਜ਼ਾਹਿਰ ਤੇ ਸਾਨੂੰ ਇਸ ਤਰ੍ਹਾਂ ਵੀਡੀਓ 'ਚ ਨਜ਼ਰ ਨਹੀਂ ਆ ਰਹੇ, ਲੇਕਿਨ ਉੱਥੇ ਜਦੋਂ ਬੈਠ ਕੇ ਤੁਸੀਂ ਦੇਖਦੇ ਹੋ ਨਾ, ਲੈਫਟ ਰਾਈਟ ਆਪਣੇ ਸੱਜੇ ਖੱਬੇ ਦੇਖੋ, ਸਾਹਮਣੇ ਗੱਡੀ 'ਚ ਮਾਸ਼ਾਅੱਲਾ ਬੱਚਾ ਕਿੰਨਾ ਇੰਜੋਏ ਕਰਦਾ ਜਾ ਰਿਹਾ। ਤੇ ਫਿਰ ਕਿਆ ਹੀ ਬਾਤ ਹੁੰਦੀ ਜਦੋਂ ਤੁਸੀਂ ਇੱਥੇ 2-4 ਮਿੰਟ ਰੁਕ ਕੇ, ਜਦੋਂ ਤੁਸੀਂ ਆਪਣੇ ਖਾਸ ਕਰ ਪਹਾੜੀ ਇਲਾਕੇ 'ਚ ਜਿਹੜੀ ਤੁਹਾਡੀ ਲੈਫਟ ਸਾਈਡ ਹੁੰਦੀ, ਜਿੱਧਰੋਂ ਥੱਲੇ ਗਹਿਰਾਈ ਹੁੰਦੀ, ਉਸ ਇਲਾਕੇ ਦਾ ਤਾਂ ਕਿਆ ਹੀ ਕਹਿਣਾ ਹੁੰਦਾ ਹੈ। ਪਹਾੜੀ ਇਲਾਕੇ ਦਾ ਅਸੂਲ ਇਹ ਹੀ ਹੈ ਕਿ ਪਹਾੜੀ ਦੇ ਗਿਰਦ ਗਿਰਦ ਸੜਕ ਹੁੰਦੀ ਹੈ ਹਮੇਸ਼ਾ, ਕਿਉਂਕਿ ਹੋਰ ਕੋਈ ਆਪਸ਼ਨ ਨਹੀਂ ਹੁੰਦੀ। ਤੇ ਫਿਰ ਇੱਕ ਸਾਈਡ ਤੇ ਤੁਹਾਡੇ ਖਾਈ ਹੁੰਦੀ ਤੇ ਇੱਕ ਸਾਈਡ ਤੇ ਪਹਾੜ ਹੁੰਦਾ। ਤੇ ਮੈਂ ਹੁਣ ਕੋਸ਼ਿਸ਼ ਕਰ ਰਿਹਾ ਕੋਈ ਅੱਛੀ ਜਗ੍ਹਾ ਦੇਖ ਕੇ ਗੱਡੀ ਲਾਈਏ। ਜਗ੍ਹਾ ਮਿਲ ਗਈ ਸਾਨੂੰ, ਇਹ ਜੀ ਸਾਡੀ ਮਾੜੀ ਜੀ ਜੀਪ ਜਿਹੜੀ ਹਰ ਸਫ਼ਰ ਵਿੱਚ ਸਾਡਾ ਸਾਥ ਦਿੰਦੀ, ਪੂਰੇ ਪਾਕਿਸਤਾਨ ਵਿੱਚ ਅਲਹਮਦੁਲਿਲਾ ਜਿੱਥੇ ਵੀ ਜਾਈਏ ਲੈ ਜਾਂਦੀ ਸਾਨੂੰ। ਤੇ ਦੇਖੋ ਜੀ ਮਾਸ਼ਾਅੱਲਾ ਕਿਆ ਖੂਬਸੂਰਤ ਨਜ਼ਾਰਾ ਹੈ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸ ਰਿਹਾ ਸੀ ਕਿ ਜਿਹੜੀ ਤੁਹਾਡੀ ਲੈਫਟ ਸਾਈਡ ਹੁੰਦੀ ਨਾ, ਜਿੱਧਰ ਖਾਈਆਂ ਵਗੈਰਾ ਹੁੰਦੀਆਂ ਨੇ, ਤੁਸੀਂ ਜ਼ਰਾ 2-4 ਮਿੰਟ ਖੜੇ ਹੋ ਕੇ ਨਜ਼ਾਰਾ ਕਰੋ ਤੇ ਤੁਹਾਨੂੰ ਪਤਾ ਲੱਗੇ ਕੁਦਰਤ ਕੀ ਚੀਜ਼ ਹੈ। ਤੇ ਅੱਜ ਇੱਥੇ ਉਹ ਮੁਹਾਵਰਾ ਵੀ ਸੱਚ ਹੋ ਗਿਆ ਜੀ, ਅੱਜ ਮੈਂ ਉੱਪਰ ਆਸਮਾਨ ਨੀਚੇ। ਉਹ ਬੜਾ ਮਸ਼ਹੂਰ ਗਾਣਾ ਤੁਸੀਂ ਸੁਣਿਆ ਹੋਏਗਾ। ਇਹ ਮੁਹਾਵਰਾ ਇੱਥੇ ਸੱਚ ਸਾਬਤ ਹੋ ਜਾਂਦਾ। ਮਾਸ਼ਾਅੱਲਾ ਜੀ ਬੱਦਲ ਥੱਲੇ ਨੇ ਤੇ ਅਸੀਂ ਉੱਤੇ ਖੜੇ ਹਾਂ। ਲਓ ਜੀ ਹੁਣ ਅੱਗੇ ਸਫ਼ਰ ਸ਼ੁਰੂ ਕਰਨੇ ਆ। ਜਿਵੇਂ ਮੈਂ ਤੁਹਾਨੂੰ ਪਹਿਲੇ ਦੱਸਿਆ ਸੀ ਕਿ ਆਪਣੇ ਕੋਲ ਟਾਈਮ ਥੋੜ੍ਹਾ ਹੈ, ਆਪਾਂ ਜਾਣਾ ਹੈ ਪਤਰਿਆਟਾ। ਤੇ ਪਤਰਿਆਟਾ ਜਾ ਕੇ ਟਿਕਟਾਂ ਲੈ ਕੇ ਤੇ ਫਿਰ ਜਨਾਬ ਚੇਅਰ ਲਿਫਟ 'ਚ ਬੈਠਣਾ ਵੀ ਇੱਕ ਬੜਾ ਜ਼ਬਰਦਸਤ ਮਰਹਲਾ ਹੈ। ਤੇ ਅੱਲਾ ਕਰੇ ਰਸ਼ ਥੋੜ੍ਹਾ ਹੋਏ, ਲੇਕਿਨ ਉਮੀਦ ਨਹੀਂ ਹੈ ਕਿਉਂਕਿ ਵੀਕਐਂਡ ਚੱਲ ਰਿਹਾ। ਅੱਛਾ ਤੁਸੀਂ ਇੱਕ ਹੋਰ ਚੀਜ਼ ਗੌਰ ਕਰੋ, ਜਦੋਂ ਪਹਾੜੀ ਇਲਾਕੇ 'ਚ ਆਪਾਂ ਸਫ਼ਰ ਕਰ ਰਹੇ ਹੁੰਦੇ ਹਾਂ ਤੇ ਜਾ ਤੁਹਾਨੂੰ ਇਹ ਬੜੀਆਂ ਖੂਬਸੂਰਤ ਚਾਦਰਾਂ ਸੜਕ ਕਿਨਾਰੇ ਨਜ਼ਰ ਆਉਣਗੀਆਂ, ਔਰ ਬਾਜ਼ ਜਗ੍ਹਾ ਤੇ ਛਤਰੀਆਂ ਬਹੁਤ ਸੋਹਣੀਆਂ, ਬੜੀਆਂ ਖੂਬਸੂਰਤ ਕਿਸਮ ਦੀਆਂ ਛਤਰੀਆਂ ਲਾਈਆਂ ਹੁੰਦੀਆਂ ਨੇ। ਔਰ ਚਾਦਰਾਂ ਇਹ ਸਮਝੋ ਕਿ ਉਹ ਸੇਲ ਵਾਸਤੇ ਕਰਨ ਵਾਸਤੇ ਬੈਠੇ ਹੁੰਦੇ ਨੇ, ਲੇਕਿਨ ਇਹ ਤੁਹਾਡੇ ਸਫ਼ਰ ਨੂੰ ਵੀ ਖੂਬਸੂਰਤ ਕਰਦੀਆਂ ਨੇ ਔਰ ਪਹਾੜੀ ਇਲਾਕੇ ਦੀ ਖੂਬਸੂਰਤੀ ਨੂੰ ਵੀ ਵਧਾਉਂਦੀਆਂ ਨੇ ਇਹ ਚੀਜ਼ਾਂ। ਚਲੋ ਜੀ ਥੋੜੀ ਸਪੀਡ ਆਪਾਂ ਫਿਰ ਮਾਰ ਲਈਏ। ਲਓ ਜੀ ਇੱਕ ਮਾਸ਼ਾਅੱਲਾ ਟੈਕਸੀ ਵਾਲਾ ਸਾਡੇ ਕੋਲੋਂ ਲੰਘਿਆ, ਝੰਡਾ ਉਹਨੇ ਲਾਇਆ ਹੈ ਪਿੱਛੇ, ਕਿਉਂਕਿ ਪਾਕਿਸਤਾਨ ਨਾਲ ਤਾਂ ਸਾਰਿਆਂ ਨੂੰ ਮੁਹੱਬਤ ਹੈ। ਹੁਣ ਇਹਦਾ ਗੱਲ ਹੈ ਕਿ ਪਾਕਿਸਤਾਨ ਦੇ ਮਾਲਕਾਂ ਨੂੰ ਸਾਡੇ ਨਾਲ ਮੁਹੱਬਤ ਨਹੀਂ ਹੈ। ਚੱਲਦੇ ਹਾਂ ਜੀ, ਥੋੜੀ ਸਪੀਡ ਮਾਰ ਲਈ। ਲੋ ਜੀ ਖੈਰ ਨਾਲ ਅਸੀਂ ਅਲਹਮਦੁਲਿਲਾ ਪਹੁੰਚ ਗਏ ਮਰੀ। ਇਹ ਮਰੀ ਦਾ ਪਿਨ ਪੁਆਇੰਟ ਜੀ ਤੁਹਾਨੂੰ ਯਾਦ ਹੋਣਾ, ਇੱਥੇ ਕੁਛ ਅਰਸਾ ਪਹਿਲੇ ਇੱਕ ਵਾਕਿਆ ਪੇਸ਼ ਆਇਆ ਸੀ ਬਰਫ਼ਬਾਰੀ ਦਾ, ਜਿੰਦੇ 'ਚ ਕੁਛ ਲੋਕ ਅੱਲਾ ਨੂੰ ਪਿਆਰੇ ਹੋ ਗਏ ਸੀ। ਉਹ ਵੀ ਇੱਥੋਂ ਅਸੀਂ ਅਗਰ ਖੱਬੇ ਪਾਸੇ ਮੁੜਦੇ ਨਾ, ਤਾਂ ਇੱਥੇ ਆਉਂਦਾ ਇੱਕ ਸਟਾਪ ਕੁਲਡਨਾ। ਉਹ ਕੁਲਡਨਾ ਦੇ ਇਲਾਕੇ 'ਚੋਂ ਪੇਸ਼ ਆਇਆ ਸੀ ਹਾਦਸਾ। ਇਸ ਚੌਕ ਤੋਂ ਅਸੀਂ ਅਗਰ ਸੱਜੇ ਮੁੜ ਜਾਈਏ ਤੇ ਮਾਰੋੜ ਚਲੇ ਜਾਵਾਂਗੇ, ਔਰ ਇੱਥੋਂ ਖੱਬੇ ਮੁੜ ਕੇ ਅਸੀਂ ਚਲੇ ਜਾਵਾਂਗੇ ਜੀ ਨਥੀਆ, ਔਰ ਅੱਗੇ ਐਬਟਾਬਾਦ ਨੂੰ ਰਸਤਾ ਨਿਕਲ ਜਾਂਦਾ। ਬਹੁਤ ਖੂਬਸੂਰਤ ਏਰੀਆ ਹੈ। ਸਾਡਾ ਕੱਲ੍ਹ ਦਾ ਵਿਜ਼ਿਟ ਇੰਸ਼ਾਅੱਲਾ ਇਸ ਸਾਈਡ ਤੇ ਨਥੀਆ ਵਾਲੀ ਸਾਈਡ ਤੇ, ਕੱਲ੍ਹ ਤੁਹਾਨੂੰ ਇੱਧਰ ਲੈ ਕੇ ਆਵਾਂਗੇ। ਤੇ ਇੱਥੋਂ ਅਸੀਂ ਅਗਰ ਸੱਜੇ ਮੁੜਨੇ ਆ ਤੇ ਸਾਨੂੰ ਰਸਤੇ ਤਕਰੀਬਨ ਇੱਥੋਂ 5-6 ਰਸਤੇ ਨਿਕਲ ਰਹੇ ਨੇ। ਲਾਰਨਸ ਕਾਲਜ ਵਾਲੇ ਨਿਕਲ ਜਾਂਦਾ ਹੈ, ਉੱਤੇ ਮਾਰੋੜ ਵਾਲੇ ਨਿਕਲ ਜਾਂਦਾ ਹੈ, 1-2 ਹੋਰ ਜਗ੍ਹਾ ਨੇ। ਖੱਬੇ ਅਸੀਂ ਮੁੜ ਰਹੇ ਹਾਂ ਤੇ ਖੱਬੇ ਸਾਡਾ ਰਸਤਾ ਜਾ ਰਿਹਾ ਹੈ ਜਨਾਬੇ ਵਾਲੀ, ਖੱਬੇ ਪਾਸੇ ਐਬਟਾਬਾਦ ਆ ਜਾਂਦਾ ਹੈ ਨਥੀਆ ਤੋਂ ਹੁੰਦੇ ਹੋਏ, ਤੇ ਸੱਜੇ ਪਾਸੇ ਅਸੀਂ ਮੁੜ ਕੇ ਹੁਣ ਜਾ ਰਹੇ ਹਾਂ ਜੀ ਨਿਊ ਮਰੀ ਪਤਰਿਆਟਾ ਵਾਸਤੇ। ਅਸੀਂ ਇੱਥੋਂ ਮੁੜ ਗਏ ਹਾਂ, ਹੁਣ ਅਸੀਂ ਸਪੀਡ ਮਾਰਦੇ ਹਾਂ, ਤੁਸੀਂ ਰਵੋ ਸਾਡੇ ਨਾਲ ਹੀ ਜਲਦੀ ਪਹੁੰਚੀਏ ਪਤਰਿਆਟਾ। ਤੇ ਪਤਰਿਆਟਾ ਪਹੁੰਚ ਕੇ ਲਈਏ ਟਿਕਟਾਂ ਤੇ ਫਿਰ ਦੇਖੀਏ ਅੱਗੇ ਸਾਨੂੰ ਕਿੰਨੀ ਦੇਰ ਉੱਥੇ ਖੜੇ ਹੋਣਾ ਪੈਂਦਾ। ਸਾਡੇ ਨਾਲ ਤੁਸੀਂ ਰਵੋ, ਅਸੀਂ ਇੰਸ਼ਾਅੱਲਾ ਜਲਦੀ ਪਹੁੰਚਣ ਵਾਲੇ ਹਾਂ ਜੀ ਪਤਰਿਆਟਾ। ਲੋ ਜੀ ਖੈਰ ਨਾਲ ਅਸੀਂ ਹੁਣ ਜਿੱਥੇ ਪਹੁੰਚ ਗਏ, ਇਹ ਬੜਾ ਮਸ਼ਹੂਰ ਜ਼ਮਾਨਾ ਚੌਕ ਹੈ। ਇੱਥੋਂ ਅਗਰ ਤੁਸੀਂ ਮੋਟਰਵੇ ਤੋਂ ਆਉਂਦੇ ਹੋ ਤਾਂ ਸਭ ਤੋਂ ਪਹਿਲੇ ਤੁਹਾਨੂੰ ਇਹ ਸਟਾਪ ਮਿਲੇਗਾ, ਤੇ ਇੱਥੋਂ ਹੀ ਤੁਸੀਂ ਜਾਣਾ ਹੈ ਅੱਗੇ ਮੁਜ਼ੱਫਰਾਬਾਦ ਕੋਹਾਲਾ। ਜਿਹੜੀ ਸਾਹਮਣੇ ਟ੍ਰੈਫਿਕ ਜਾ ਰਹੀ ਹੈ, ਇਹ ਜਾ ਰਹੀ ਜੀ ਕੋਹਾਲਾ ਮੁਜ਼ੱਫਰਾਬਾਦ, ਠੀਕ ਹੈ।
ਆਪਾਂ ਹੁਣ ਇੱਥੇ ਮੁੜਦੇ ਹਾਂ ਸੱਜੇ ਹੱਥ ਮੁੜ ਕੇ ਇਹ ਲੋ ਜੀ ਸਾਹਮਣੇ ਮੋਟਰਵੇ ਨਜ਼ਰ ਆ ਗਿਆ ਸਾਨੂੰ, ਜਿਹੜਾ ਇਸਲਾਮਾਬਾਦ ਤੋਂ ਆ ਰਿਹਾ, ਜਿਹੜਾ ਆਪਾਂ ਟੂਲ ਪਲਾਜ਼ੇ ਤੋਂ ਜਿੱਥੋਂ ਆਪਾਂ ਲੱਗ ਹੋਏ ਸਾਂ, ਇਹ ਉਹ ਮੋਟਰਵੇ ਸਿੱਧਾ ਇੱਥੇ ਆ ਰਿਹਾ ਜੀ। ਇਹ ਪਤਰਿਆਟਾ ਆਉਂਦਾ ਹੈ ਨਿਊ ਮਰੀ ਸਿੱਧਾ। ਅੱਛਾ, ਅਸੀਂ ਕੁਝ ਨਜ਼ਾਰਿਆਂ ਦੇ ਤਲਬਗਾਰ ਸੀ, ਇਸ ਵਾਸਤੇ ਅਸੀਂ GT ਰੋਡ ਦਾ ਰਸਤਾ ਇਖਤਿਆਰ ਕੀਤਾ। ਹੁਣ ਅਸੀਂ ਜਨਾਬ ਇੱਥੋਂ ਇਨਸ਼ਾਅੱਲਾ ਕੋਈ 20 ਜਾਂ 25 ਮਿੰਟ 'ਚ ਅਸੀਂ ਨਜ਼ਾਰੇ ਕੱਢਦੇ ਹੋਏ ਅੱਗੋਂ ਇਹਨੂੰ ਛੱਡਾਂਗੇ ਰੋਡ ਨੂੰ, ਇਸ ਮੋਟਰਵੇ ਨੂੰ ਛੱਡ ਦਿਆਂਗੇ ਤੇ ਬੜਾ ਜ਼ਬਰਦਸਤ ਅੱਗੇ ਰੋਡ ਹੈ, ਸਿੰਗਲ ਰੋਡ, ਨਜ਼ਾਰੇ ਦੇਖਣ ਦੇ ਕਾਬਲ ਨੇ, ਤੁਹਾਨੂੰ ਵੀ ਦਿਖਾਉਂਦੇ ਆ। ਚਲੋ ਸਾਡੇ ਨਾਲ ਜੁੜੇ ਰਹੋ ਤੁਸੀਂ। ਇੱਥੋਂ ਥੋੜੀ ਸਪੀਡ ਮਾਰ ਕੇ ਆਪਾਂ ਨਿਕਲਦੇ ਆ, ਫਿਰ ਆਪਾਂ ਇਨਸ਼ਾਅੱਲਾ ਪਤਰਿਆਟਾ ਪਹੁੰਚ ਕੇ ਤੇ ਫਿਰ ਤੁਹਾਡੇ ਨਾਲ ਸਾਰੀ ਗੱਲਬਾਤ ਕਰਦੇ ਲੋ ਜੀ, ਬੜੇ ਜ਼ਬਰਦਸਤ ਨਜ਼ਾਰੇ ਵੇਖਦੇ ਹੋਏ ਅਸੀਂ ਪਹੁੰਚ ਗਏ ਹਾਂ ਪਤਰਿਆਟਾ। ਇਹ ਜੀ ਪਤਰਿਆਟਾ ਸ਼ਹਿਰ ਹੈ, ਜਾਂ ਤੁਸੀਂ ਪਤਰਿਆਟਾ ਜਿਹੜੀ ਮਕਾਮੀ ਆਬਾਦੀ ਹੈ, ਨਿਊ ਮਰੀ ਇਹਨੂੰ ਕਹਿੰਦੇ ਨੇ। ਵੈਸੇ ਜਿਹੜਾ ਇਹਦਾ ਓਲਡ ਨਾਂ ਹੈ ਉਹ ਪਤਰਿਆਟਾ ਹੈ। ਪਤਰਿਆਟਾ ਅਸੀਂ ਖੈਰ ਨਾਲ ਪਹੁੰਚ ਗਏ ਜੀ। ਇਹ ਸਾਡੇ ਖੱਬੇ ਪਾਸੇ ਆ ਜਿਹੜਾ ਰਸਤਾ ਹੈ ਜਨਾਬ, ਇਹ ਹੈਗਾ ਚੇਅਰ ਲਿਫਟ ਦਾ ਰਸਤਾ। ਲੇਕਿਨ ਸਾਨੂੰ ਕੀ ਕਰਨਾ ਪਏਗਾ, ਗੱਡੀ ਪਾਰਕਿੰਗ ਚ ਲਾਣੀ ਪਏਗੀ ਤੇ ਸਾਨੂੰ ਥੋੜੀ ਜਗ੍ਹਾ ਮਿਲਦੀ ਅੱਗੇ ਤੇ ਅਸੀਂ ਜ਼ਰਾ ਖੈਰ ਨਾਲ ਇੱਥੇ ਲਾਈਏ ਪਾਰਕਿੰਗ, ਲੇਕਿਨ ਇੱਥੇ ਇਹਨਾਂ ਨੇ ਪਾਰਕਿੰਗ ਲਾਣ ਨਹੀਂ ਦਿੱਤੀ। ਅੱਛਾ ਜੀ, ਅਸੀਂ ਹੁਣ ਪਾਰਕਿੰਗ ਵਿੱਚ ਗੱਡੀ ਬਕਾਇਦਾ ਹੈ ਜਿਹੜੀ ਪਾਰਕਿੰਗ ਇਹਨੇ ਬਣਾਈ ਹੋਈ ਪਤਰਿਆਟਾ ਨਿਊ ਮਰੀ, ਇੱਥੇ ਗੱਡੀ ਲਾ ਲਈਏ। ਗੱਡੀ ਲਾ ਕੇ ਚੱਲਦੇ ਹਾਂ ਜੀ, ਖੈਰ ਨਾਲ ਟਿਕਟਾਂ ਲੈਂਦੇ ਹਾਂ, ਦੇਖਦੇ ਹਾਂ ਸਾਨੂੰ ਕਿੱਥੇ ਜਗ੍ਹਾ ਮਿਲਦੀ ਹੈ। ਜਗ੍ਹਾ ਨਹੀਂ ਮਿਲ ਰਹੀ, ਮਿਲ ਗਈ ਜੀ। ਚਲੋ ਜੀ, ਸਾਡੀ ਗੱਡੀ ਪਾਰਕ ਹੋ ਗਈ, ਬੈਕ ਕਰਕੇ ਆਪਾਂ ਗੱਡੀ ਪਾਰਕ ਕਰਤੀ ਤੇ ਹੁਣ ਚੱਲਦੇ ਹਾਂ ਜਾ ਕੇ ਟਿਕਟਾਂ ਲੈਂਦੇ ਹਾਂ ਖੈਰ ਨਾਲ ਤੇ ਫਿਰ ਇਨਸ਼ਾਅੱਲਾ बैठ के लिफ्ट ते जाने जी न्यू मरी पतरियाटा। चलो जी चलिए खैर नाल टिकटां लईए, देखिए उत्थे कितना टाइम लगता है सानू। लो जी, काफ़ी देर तो टुरदे टरांदे मरहले तय करते असी बिल आखिर पहुँच गए हैं जी टिकट लैन वास्ते। टिकट की लाइन तो खैर नाल थोड़ी है, लेकिन तुसी ओ थोड़ा जिहा अगे देखो ना ज़रा, खैर नाल ओ लोग लगे लाइन च ते लैना बड़ियां लम्मियां टिकट दियां। 1500 रुपये का टिकट दे रहा जनाब पर पर्सन। अच्छा जी, अच्छा इत्थे इन्होंने एग्जैक्टिव टिकट भी लाई है जी। अगर तुसी फौरन बहना है जी चेयर लिफ्ट तो फिर 2500 रुपया पर पर्सन। ए देख लो जी, लाइन चेक कर लो, जिमें मैं दस्सिया सी तुहानू
ਕਿ ਲਾਈਨਾਂ ਬੜੀਆਂ ਲੰਬੀਆਂ ਹੁੰਦੀਆਂ, ਵਿੱਚ ਵਿਚਾਰੇ ਬੰਦੇ ਤੇ ਵਿੱਚ ਵਿਚਾਰੀਆਂ ਔਰਤਾਂ। ਤੇ ਖੈਰ ਨਾਲ ਇਹ ਤੁਸੀਂ ਦੇਖੀ ਜੋ ਜ਼ਰਾ, ਇਹ ਦੇਖੀ ਜੋ ਲਾਈਨ, ਇਹ ਲਾਈਨ ਉਹ ਹੈ ਜਿਹੜੀ ਬਾਹਰ ਲੱਗੀ ਹੈ। ਲੇਕਿਨ ਅਸੀਂ ਅੱਗੇ ਜਾਵਾਂਗੇ, ਮੈਂ ਤੁਹਾਨੂੰ ਦਿਖਾਵਾਂਗਾ ਜ਼ਿਗ ਜ਼ੈਗ ਤੁਸੀਂ ਦੇਖਣੇ ਬਹੁਤ ਉਹਨਾਂ ਨੇ ਅੱਗੇ ਜਾ ਕੇ ਬੁਲਬੁਲੀਆਂ ਬਣਾਈਆਂ ਹੁੰਦੀਆਂ ਨੇ। ਇੱਕ ਮੁਖਤਾਤ ਅੰਦਾਜ਼ੇ ਦੇ ਮੁਤਾਬਕ ਕੋਈ 1.5-2 ਘੰਟੇ ਬਾਅਦ ਜਾ ਕੇ ਸਾਡਾ ਨੰਬਰ ਆਏਗਾ ਚੇਅਰ ਲਿਫਟ ਤੇ ਬੈਠਣ ਦਾ। ਚਲੋ ਜੀ ਹੁਣ ਕੀ ਕਰੀਏ, ਫਿਰ ਬੱਚਾ ਪਾਰਟੀ ਦੀ ਫਰਮਾਇਸ਼ ਸੀ ਚੇਅਰ ਲਿਫਟ ਤੇ ਜ਼ਰੂਰ ਬੈਠਣਾ ਹੈ ਤੇ ਕਸ਼ਮੀਰ ਪੁਆਇੰਟ ਦੇਖਣਾ ਹੈ। ਲੋ ਜੀ ਖੈਰ ਨਾਲ ਹੁਣ ਅਸੀਂ ਲੱਗ ਗਏ ਲਾਈਨ ਵਿੱਚ ਤੇ ਤੁਹਾਨੂੰ ਹੁਣ ਸਾਰਾ ਕੁਝ ਦਿਖਾਉਂਦੇ ਜੰਨੇ ਆ। ਲਾਈਨ ਉਹ ਆਪ ਨਜ਼ਰ ਮਾਰ ਲਓ, ਇਹ ਉਹ ਲਾਈਨ ਹੈ ਜਿਹੜੀ ਚੇਅਰ ਲਿਫਟ ਦੇ ਅੰਦਰ ਵਾਲੇ ਹੱਥੇ ਤੋਂ ਬਾਹਰ ਦੀ ਹੈ। अंदर वाली लाइना तो बात में इस बंदे से हमारा मुआहदा हुआ है, ये गवाह है एक, ये माज इस बंदे से मुआहदा हुआ है और ये बात तय पाई है कि ये बंदा दिसंबर में हमारे साथ आएगा टूर पे सिंगल विद आउट फैमिली आएगा। रोटी इसका जो खर्चा होगा रास्ते का हम देंगे, रोटी ही अपने पल्ले से खाएगा क्योंकि ये ज़्यादा ठीक है। और इस बात के ये गवाह है मिस्टर अरबाज नईम और ये मिस्टर माज। और अब ये अगर ये बंदा मुकर गया तो ये हमारी कम्युनिटी जी माज दी मुच्छा चेक कर लो जरा एक दफ़ा, मुच्छा दिखाना चाह रहा। लो जी मुच्छा चेक हो गई। अच्छा जिस तरह मैं तुहानू दस्सिया सी कि जनाब जी बाहर वाली लाइन सी ना, वो तक एक्स्ट्रा लाइन सी ते ए अंदर लाइन जनाब शुरू हो गई। मैं तुहानू दिखान जा रहा, ए तुसी जरा अंदाज़ा करना, ए सारी लाइन असी क्रॉस करनी है। ए भी ये स्ट्रेट सीधी लाइन है। अगे जाके इन्होंने फिर बड़े इस तरह के जिग जैग जे बनाए ने, काफ़ी ज़्यादा रश होंदा है, तुहानू इत्थों अंदाज़ा हो जाएगा। लो तुसी चेक करदे जो जरा, मैं तुहानू विखा के लियाना। मेरा ख्याल है जिन्नी लंबी लाइन बाहर सी उस तो डबल अंदर है। तो फिर अंदर जाके इन्होंने अंदर पाइप वगैरह ला के बड़े जिग जैग बनाए ने, तो उत्थे जाके फिर सानू काफ़ी टाइम लग जाएगा। तो तुसी जुड़े रहो साडे नाल ही, बस आप पहुँचने वाले हैं जी चेयर लिफ्ट तक। लो जी काफ़ी लंबा इंतज़ार करने तो बाद कदी बह के, कदी खो के, कदी हस खेड़ के, कदी बोर हो के, कोई 1.5-2 घंटे का समझो कि थका देने वाला इंतज़ार करने तो बाद यह मरहला आ गया। अच्छा मरहला भी बड़ा दिलचस्प होंदा है, बैठना और फिर उत्थे जाके उतरना, दोनों मरहले बड़े दिलचस्प होंदे ने। लोग खड़े होंदे ने अपने प्यारियां दियां वीडियो बनाने वास्ते, तो बड़ा महसूस हो रहे होंदे ने इस मंजर तो। कई चुस्त चलाक लड़के बड़ी आसानी नाल बैठ जांदे ने, कोई साडे वर्गे जिहड़े बजुर्ग ने उन्होंने वास्ते काफ़ी मुश्किल होंदी है, और ख़ास कर औरतों वास्ते प्रॉब्लम होंदी है। अलबत्ता बड़ा मज़े का एक ये भी एक्टिविटी है इहदे ते बैठन और चढ़न वाली। अच्छा मैं एक होर गल तुहानू दसदा जावां कि तुसी हुण नज़र मारो, थल्ले रोड नज़र आएगा। असीं भी अलहमदुलिल्लाह बैठ गए हैं, सफ़र शुरू हो गया है और इत्थों ज़मीन काफ़ी करीब है। जिवें जिवें असीं बुलंदी हल जावांगे तुसी गौर करना ज़मीन थल्ले दूर होंदी जाएगी, और जनाब नज़ारे कुदरत के हसीन नज़ारे देखने के काबिल ने। तुसी ज़रा गौर करो और ज़रा इमेजिन करो इस गल नूं कि ये लिफ्ट कितनी बुलंदी ते जाएगी और बादल विचों क्रॉस कर रहे होंदे ने, और थल्ले क्या खूबसूरत नज़ारा होंदा है। और एक होर पहाड़ी रस्तियां दी बड़ी खूबसूरती होंदी है कि तुसी बेशक टॉप ते चले जाओ, बेशक नीचे खाइयां च गहराइयां चले जाओ, आलमोस्ट तुहानू हर जगह ते आबादी मिलेगी। बड़ी ज़बरदस्त खूबसूरत आबादी होंदी है, रात नूं नज़ारा देखने के काबिल होंदा है जी। सफ़र अलहमदुलिल्लाह साडा जारी है, और तुसी थोड़ा जिहा सामने देखो, बादल साडे विचों गुजर रहे हैं या असी बादलों के विचों गुजर रहे हैं। जिमें जिमें उपर जाते जावांगे इंशाअल्लाह ज़बरदस्त सफ़र होंदा जाएगा। ਅਸੀਂ ਆ ਜੰਨੇ ਆਪਦੇ ਟੌਪਿਕ ਵੱਲੇ, खूबसूरती ਵੱਲੇ। ਤੁਸੀਂ ਥੱਲੇ ਨਜ਼ਾਰੇ ਚੈੱਕ ਕਰੋ ਤੇ ਅਸੀਂ ਜਾ ਰਹੇ ਹਾਂ ਜਨਾਬ ਬੁਲੰਦੀ ਦੀ ਤਰਫ। ਜਿਵੇਂ ਜਿਵੇਂ ਉੱਤੇ ਜਾਂਦੇ ਜਾਵਾਂਗੇ ਨਜ਼ਾਰੇ खूबसूरत ਹੁੰਦੇ ਜਾਣਗੇ, ਤੇ ਮਿਲਨੇ ਆ ਤੁਹਾਨੂੰ ਜਾ ਕੇ ਉਸ ਪੁਆਇੰਟ ਤੇ ਜਿੱਥੇ ਅਸੀਂ ਥੱਲੇ ਉਤਰਨੇ। ਤੁਸੀਂ खूबसूरत ਨਜ਼ਾਰੇ ਦੇਖੋ, ਅਸੀਂ ਵੀ खूबसूरत ਨਜ਼ਾਰੇ ਇੰਜੋਏ ਕਰ ਲਈਏ ਉਨੀ ਦੇਰ।
ਲਓ ਜੀ, ਬਿਲਾਖਰ ਖੂਬਸੂਰਤ ਸਫ਼ਰ ਤੈਅ ਕਰਦੇ ਹੋਇਆਂ ਅਸੀਂ ਕੁਦਰਤ ਦੇ ਨਜ਼ਾਰੇ ਦੇਖਦੇ ਹੋਇਆਂ ਕਰੀਬ ਪਹੁੰਚ ਗਏ ਪੁਆਇੰਟ ਦੇ ਜਿੱਥੇ ਸਾਨੂੰ ਡੋਲੀ ਨੇ ਉਤਾਰਨਾ ਹੈ। ਅੱਛਾ, ਤੁਸੀਂ ਇੱਕ ਚੀਜ਼ ਗੌਰ ਕਰੋ, ਹੁਣੇ ਰਾਈਟ ਸਾਈਡ ਤੇ ਅਸੀਂ ਦੇਖ ਰਹੇ ਸੀ ਅਖਰੋਟ ਦਾ ਇੱਕ ਦਰਖਤ ਗੁਜ਼ਰਿਆ। ਇੱਥੇ ਕਾਫੀ ਕੁਦਰਤੀ ਫਲਾਂ ਦੇ ਦਰਖਤ ਉੱਗੇ ਹੁੰਦੇ ਨੇ, ਜਿਨ੍ਹਾਂ 'ਚ ਖਾਸ ਕਰ ਸੇਬ ਹੁੰਦਾ ਹੈ, ਖੁਬਾਨੀ ਹੁੰਦੀ ਹੈ ਔਰ ਇਸ ਤਰ੍ਹਾਂ ਅਖਰੋਟ। ਇਹ ਪਹਾੜੀ ਇਲਾਕਿਆਂ 'ਚ ਆਮ ਤੁਹਾਨੂੰ ਦਰਖਤ ਮਿਲਣਗੇ, ਕੁਦਰਤੀ ਤੌਰ 'ਤੇ ਉੱਗੇ ਹੁੰਦੇ ਨੇ ਔਰ ਕੁਛ ਲੋਕਾਂ ਨੇ ਆਪ ਵੀ ਕਾਸ਼ਤ ਕੀਤੇ ਹੁੰਦੇ ਨੇ। ਅੱਛਾ ਜੀ, ਦੇਖੋ ਅਸੀਂ ਹੁਣ ਬਿਲਕੁਲ ਫਿਰ ਜ਼ਮੀਨ ਦੇ ਕਰੀਬ ਆ ਗਏ ਹਾਂ। ਇਹਦਾ ਮਤਲਬ ਇਹ ਨਹੀਂ ਹੈ ਕਿ ਲਿਫਟ ਜਾਂ ਡੋਲੀ ਨੀਚੇ ਆਈ ਹੈ, ਬਲਕਿ ਡੋਲੀ ਮੁਸਲਸਲ ਉੱਪਰ ਹੀ ਗਈ ਹੈ। ਅਸੀਂ ਇਹਨਾਂ ਪਹਾੜੀਆਂ ਦੇ ਟੌਪ 'ਤੇ ਆ ਗਏ ਹਾਂ। ਇਹਨਾਂ ਨੂੰ ਕਹਿੰਦੇ ਨੇ ਮਲਕਾ ਕੋਸਾਰ ਦੀ ਜਿਹੜੀ ਟੌਪ ਹੈ ਨਾ ਮਰੀ ਦੀ, ਉਹਨੂੰ ਕਸ਼ਮੀਰ ਪੁਆਇੰਟ ਕਹਿੰਦੇ ਨੇ। ਅਸੀਂ ਆਲਮੋਸਟ ਉੱਥੇ ਪਹੁੰਚ ਚੱਲੇ ਹਾਂ। ਬਾਦਲ ਫਿਰ ਸਾਡੇ ਵਿੱਚ ਅਲਹਮਦੁਲਿਲਾ ਆ ਗਏ ਨੇ ਅਤੇ ਸਫ਼ਰ ਖੂਬਸੂਰਤ ਤੋਂ ਖੂਬਸੂਰਤ ਤਰੀਨ ਹੁੰਦਾ ਜਾ ਰਿਹਾ। ਅਸੀਂ ਹੁਣ ਅਨਕਰੀਬ ਉੱਥੇ ਉਤਰ ਜਾਵਾਂਗੇ। ਇਸੇ ਦੌਰਾਨ ਹੀ ਤੁਸੀਂ ਦੇਖੋ ਜੀ ਕੁਦਰਤ ਦੇ ਕੈਸੇ ਖੂਬਸੂਰਤ ਨਜ਼ਾਰੇ ਨੇ। ਔਰ ਜਿਵੇਂ ਜਿਵੇਂ ਅਸੀਂ ਪੁਆਇੰਟ ਦੇ ਕਰੀਬ ਪਹੁੰਚਾਂਗੇ ਤੁਹਾਨੂੰ ਸੜਕ ਵੀ ਨਾਲ ਹੀ ਨਜ਼ਰ ਆਏਗੀ। ਉਹ ਥੱਲੇ ਦਾਈ ਸਾਈਡ 'ਤੇ ਸਾਡੀ ਸੱਜੀ ਸਾਈਡ 'ਤੇ ਤੁਸੀਂ ਦੇਖੋਗੇ ਸੜਕ ਵੀ ਸਾਡੇ ਨਾਲ ਹੀ ਆ ਰਹੀ ਹੈ। ਜਿਸ ਤਰ੍ਹਾਂ ਮੈਂ ਪਹਿਲੇ ਜ਼ਿਕਰ ਕੀਤਾ ਸੀ ਕਿ ਸੜਕ ਵੀ ਥਰੂ ਉੱਤੋਂ ਤੱਕ ਆਉਂਦੀ ਹੈ। ਤੁਸੀਂ ਬੜੇ ਆਰਾਮ ਨਾਲ ਆਪਣੀ ਗੱਡੀ 'ਤੇ ਵੀ ਉੱਤੇ ਆ ਸਕਦੇ ਜੇ, ਲੇਕਿਨ ਐਡਵਾਂਚਰ 'ਤੇ ਫਿਰ ਚੇਅਰ ਲਿਫਟਾਂ ਲਾਈਏ ਨਾ। ਜੇ ਬੰਦਾ ਇੰਨਾ ਸਫ਼ਰ ਕਰੇ, ਟਾਈਮ ਕੱਢੇ, ਪੈਸਾ ਲਾਏ, ਅਤੇ ਫਿਰ ਚੇਅਰ ਲਿਫਟ ਨੂੰ ਜ਼ਰੂਰ ਇੰਜੋਏ ਕਰਨਾ ਚਾਹੀਦਾ। ਹੁਣ ਤੁਸੀਂ ਦੇਖੋ ਖੱਬੇ ਸੱਜੇ ਸਾਰੇ ਪਿਕਨਿਕ ਪੁਆਇੰਟ ਆ ਗਏ ਨੇ। ਘੋੜੇ ਛੋੜੇ ਲੋਕਾਂ ਨੇ ਰੱਖੇ ਨੇ, ਤੁਹਾਨੂੰ ਹਾਈਕਿੰਗ ਕਰਾਉਂਦੇ ਨੇ। ਪੈਦਲ ਹਾਈਕਿੰਗ ਕਰ ਸਕਦੇ ਹੋ, ਘੋੜਿਆਂ 'ਤੇ ਵੀ ਕਰ ਸਕਦੇ ਹੋ। ਕੁਛ ਖਾਣੇ ਪੀਣੇ ਦੇ ਸਟਾਲ ਮਿਲ ਜਾਣਗੇ ਤੁਹਾਨੂੰ ਇੱਥੇ, ਅਤੇ ਇੱਥੇ ਅੱਛਾ ਟਾਈਮ ਗੁਜ਼ਰ ਜਾਂਦਾ ਹੈ। ਅੱਛਾ ਜੀ, ਅਸੀਂ ਹੁਣ ਪਹੁੰਚਣ ਵਾਲੇ ਹਾਂ, ਲੇਕਿਨ ਟਾਈਮ ਸਾਡੇ ਕੋਲ ਬੜਾ ਸ਼ਾਰਟ ਹੈ, ਬਹੁਤ ਸ਼ਾਰਟ ਟਾਈਮ ਹੈ। ਫਿਰ ਵਾਪਸ ਲੱਗਣਾ ਲਾਈਨ ਵਿੱਚ, ਉਹਦੇ ਵਾਸਤੇ ਅਸੀਂ ਕੋਸ਼ਿਸ਼ ਕਰਨੀ ਹੈ ਜਲਦੀ ਥੋੜ੍ਹਾ ਜਿਹਾ ਅੱਗੋਂ ਅਸੀਂ ਟਾਈਮ ਗੁਜ਼ਾਰ ਕੇ ਵਾਪਸ ਆ ਜਾਈਏ। ਲਓ ਜੀ, ਕੈਮਰਾ ਕਰੀਏ ਕਾਬੂ ਔਰ ਮਾਰੀਏ ਛਲਾਂਗ। ਲਓ ਜੀ, ਇਹ ਅਸੀਂ ਉਤਰ ਗਏ ਲਿਫਟ ਤੋਂ ਥੱਲੇ, ਅਤੇ ਹੁਣ ਥੋੜ੍ਹਾ ਟਾਈਮ ਗੁਜ਼ਾਰਨੇ ਆ। ਜਲਦੀ ਨਾਲ ਅਸੀਂ ਔਡਰ ਕਰਤੇ ਨੇ ਜੀ, ਕੁਛ ਪਕੌੜੇ ਸ਼ਕੌੜੇ ਨੇ, ਕੁਛ ਫਰਾਈਜ਼ ਮਿਲ ਗਏ ਨੇ, ਕੁਛ ਚਿਕਨ ਪਕੌੜੇ ਮਿਲ ਗਏ ਨੇ। ਬੱਚਾ ਪਾਰਟੀ ਬੜਾ ਇੰਜੋਏ ਕਰ ਰਹੀ ਹੈ ਜੀ। ਅਤੇ ਤੁਹਾਨੂੰ ਅਗਰ ਕੁਰਸੀਆਂ ਚਾਹੀਦੀਆਂ ਨੇ ਤਾਂ ਫਿਰ ਤੁਹਾਨੂੰ ਕੁਛ ਖਾਣਾ ਪੀਣਾ ਪਏਗਾ, ਇਹ ਵੀ ਯਾਦ ਰੱਖਣਾ। ਅਤੇ ਥੋੜ੍ਹਾ ਇੰਜੋਏ ਕਰਾਂਗੇ, ਬੱਚਾ ਪਾਰਟੀ ਇੰਜੋਏ ਕਰੇਗੀ, ਅਸੀਂ ਵੀ ਕਰਾਂਗੇ। ਕੋਈ ਥੋੜ੍ਹੀ ਜਿਹੀ ਨਿਸ਼ਾਨੇਬਾਜ਼ੀ ਹੋ ਜਾਏਗੀ। ਇੱਥੇ ਉਹ ਬੈਠੇ ਹੁੰਦੇ ਨੇ ਗੁਬਾਰੇ ਸ਼ੁਬਾਰੇ ਲਾ ਕੇ, ਹੋਰ ਉਹਨਾਂ ਦੇ ਰਿਜ਼ਕ ਦਾ ਇੰਤਜ਼ਾਮ ਹੁੰਦਾ ਰਹਿੰਦਾ, ਅਤੇ ਨਿਸ਼ਾਨੇ ਨੁਸ਼ਾਨੇ ਲਾ ਰਹੇ ਇੱਥੇ। ਅਤੇ ਹੁਣ ਅਸੀਂ ਜਲਦੀ ਹੀ ਵਾਪਸ ਨਿਕਲਣਾ ਸੀ ਕਿਉਂਕਿ ਟਾਈਮ ਥੋੜ੍ਹਾ ਸੀ ਸਾਡੇ ਕੋਲ। ਵਾਪਸੀ ਵਾਸਤੇ ਲਾਈਨ ਤਾਂ ਹੈ, ਲੇਕਿਨ ਛੋਟੀ ਲਾਈਨ ਹੈ, ਅਤੇ ਉਮੀਦ ਹੈ ਕੋਈ 15-20 ਮਿੰਟ ਤੱਕ ਆਪਣੀ ਵੀ ਵਾਰੀ ਆ ਜਾਏਗੀ। ਅਤੇ ਵਾਪਸ ਨਿਕਲਣੇ ਆ। ਵਾਪਸੀ 'ਤੇ ਫਿਰ ਤੁਹਾਨੂੰ ਨਜ਼ਾਰੇ ਦਿਖਾਉਂਦੇ ਹਾਂ ਜੀ ਇਨਸ਼ਾਅੱਲਾ, ਅਤੇ ਫਿਰ ਅੱਗੋਂ ਤੁਹਾਡੇ ਕੋਲੋਂ ਇਜਾਜ਼ਤ ਲਵਾਂਗੇ। ਅਤੇ ਲਓ ਜੀ, ਆ ਗਈ ਸਾਡੀ ਵਾਰੀ ਵੀ। ਵਾਪਸੀ ਦਾ ਸਫ਼ਰ ਅਲਹਮਦੁਲਿਲਾ ਸ਼ੁਰੂ ਹੋ ਗਿਆ। ਤਕਰੀਬਨ ਸ਼ਾਮ ਹੋਣ ਵਾਲੀ ਹੈ, ਕੋਈ 20 ਮਿੰਟ ਦਾ ਸਫ਼ਰ ਹੈਗਾ ਇਹਦਾ। ਚੇਅਰ ਲਿਫਟ ਦਾ 20 ਮਿੰਟ ਦਾ ਸਫ਼ਰ ਆਪਾਂ ਤੈਅ ਕਰਕੇ ਦੇਖੋ ਜੀ, ਖੂਬਸੂਰਤ ਨਜ਼ਾਰੇ ਚੈੱਕ ਕਰੋ। ਔਰ ਤੁਹਾਨੂੰ ਜਿੱਥੋਂ ਤੱਕ ਤੁਹਾਡੀ ਨਜ਼ਰ ਜਾ ਰਹੀ ਹੈ ਚੇਅਰ ਲਿਫਟ ਚੱਲ ਰਹੀ ਹੈ। ਬਹੁਤ ਲੰਬਾ ਸਫ਼ਰ ਹੈ, ਦੇਖਣ ਵਿੱਚ ਕੈਮਰੇ ਦੀ ਅੱਖ ਮਹਿਫੂਜ਼ ਕਰ ਲੈਂਦੀ ਹੈ ਕਿ ਬਹੁਤ ਛੋਟਾ ਹੈ, ਲੇਕਿਨ ਕਾਫੀ ਅੱਛਾ ਔਰ ਬਹੁਤ ਹੀ ਦਿਲਚਸਪ ਸਫ਼ਰ ਹੈ। ਮੈਂ ਦੁਬਾਰਾ ਦੋਸਤਾਂ ਨੂੰ ਕਹਾਂਗਾ ਜਿਹੜੇ ਕੰਮ ਕਰਕੇ ਥੱਕ ਚੁੱਕੇ ਨੇ, ਟਾਈਮ ਕੱਢੋ, ਆਓ ਇੱਥੇ ਰਿਫਰੈਸ਼ਮੈਂਟ ਲਵੋ ਔਰ ਜ਼ਿੰਦਗੀ ਨੂੰ ਦੁਬਾਰਾ ਸ਼ੁਰੂ ਕਰੋ। ਇਹ ਵੀ ਜ਼ਿੰਦਗੀ ਦਾ ਇੱਕ ਹਿੱਸਾ ਹੈ। ਅਤੇ ਅੱਜ ਜੀ ਸਾਡਾ ਪਹਿਲਾ ਦਿਨ ਅੱਜ ਮੁਕੰਮਲ ਹੋ ਗਿਆ। ਪਤਰਿਆਟਾ ਦੀ ਸਾਡੀ ਸੈਰ ਹੋ ਗਈ ਮੁਕੰਮਲ, ਅਤੇ ਕੱਲ੍ਹ ਖੈਰ ਨਾਲ ਅਸੀਂ ਜਾਵਾਂਗੇ ਨੱਥੀਆ ਤੋਂ ਅਸੀਂ ਜਾਵਾਂਗੇ ਜੀ ਪਾਈਪਲਾਈਨ ਟਰੈਕ ਜਿਹੜਾ ਹੈਗਾ ਉੱਥੇ ਜਾਵਾਂਗੇ, ਅਤੇ ਤੁਹਾਨੂੰ ਵੀ ਨਾਲ ਲੈ ਕੇ ਚੱਲਾਂਗੇ। ਸਾਡੇ ਨਾਲ ਤੁਸੀਂ ਜੁੜੇ ਰਹੋ। ਔਰ ਚਲਦੇ ਮੈਂ ਗੁਜ਼ਾਰਿਸ਼ ਕਰਾਂਗਾ ਆਪਣੇ ਪਿਆਰੇ ਨਾਜ਼ਰੀਨ ਨੂੰ, ਤੁਹਾਨੂੰ ਕੋਈ ਮੇਰੀ ਗੱਲ ਬੁਰੀ ਲੱਗੀ ਹੋਏ ਜਾਂ ਅੱਛੀ ਲੱਗੀ ਹੈ, ਦੋਨਾਂ ਸੂਰਤਾਂ 'ਚ ਤੁਸੀਂ ਜ਼ਰੂਰ ਕਮੈਂਟ ਬਾਕਸ 'ਚ ਆ ਕੇ ਮੈਨੂੰ ਦੱਸੋ। ਔਰ ਕੋਈ ਮੇਰੀ ਸਲਾਹ ਕਰਨਾ ਚਾਹੋ ਕਿ ਮੈਂ ਆਪਣੇ ਜਿਹੜੇ ਵਲੋਗ